ਤਸਵੀਰਾਂ ਚੰਡੀਗੜ੍ਹ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਨਗਰ ਨਿਗਮ ਦਫ਼ਤਰ ਦੇ ਬਾਹਰ ਹਿੰਦੂ ਸੰਗਠਨਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਮੱਖਣ ਮਾਜਰਾ ਗਊਸ਼ਾਲਾ ਦੇ ਵਿੱਚ 14 ਜਨਵਰੀ ਨੂੰ ਇੱਕ ਗਊ ਹੱਤਿਆ ਕੀਤੀ ਗਈ ਸੀ, ਜਿਸ ਦੇ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ ਤੇ ਪ੍ਰਦਰਸ਼ਨ ਕਰ ਰਹੇ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸਰਕਾਰ ਦੇ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਸੀ, ਲੇਕਿਨ ਇਸ ਕਮੇਟੀ ਦੇ ਵਿੱਚ ਉਹਨਾਂ ਦੇ ਵੀ 5 ਮੈਂਬਰ ਸ਼ਾਮਿਲ ਸੀ, ਲੇਕਿਨ ਹਾਲੇ ਤੱਕ ਉਹਨਾਂ ਦੀ ਕੋਈ ਵੀ ਰਾਏ ਨਹੀਂ ਪੁੱਛੀ ਗਈ ਹੈ ਤੇ ਨਾ ਹੀ ਉਹਨਾਂ ਨੂੰ ਜਾਂਚ ਕਾਰਵਾਈ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇਸ ਦੇ ਨਾਲ ਸਾਫ਼ ਹੋ ਗਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਜਾ ਰਿਹਾ ਤਾਂ ਸੰਗਠਨਾਂ ਨੇ ਅਦਾਲਤ ਅਤੇ ਪ੍ਰਸ਼ਾਸਨ ਤੱਕ ਆਪਣੀ ਮੰਗ ਪਹੁੰਚਾਈ ਹੈ ਕਿ ਇੰਦਰਪ੍ਰੀਤ ਕੌਰ ਅਤੇ ਮਹਿੰਦਰ ਪਾਠਕ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ, ਦੋਹਾਂ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਜਾਵੇ। ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਦਰਜੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਹਿੰਦੂ ਸੰਗਠਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਨਹੀਂ ਕੀਤੀ ਗਈ ਤਾਂ ਪੂਰਾ ਸੰਸਾਰ ਤੇ ਹਿੰਦੂ ਸਮਾਜ ਸੜਕਾਂ ਦੇ ਉੱਤੇ ਉਤਰ ਆਵੇਗਾ ਤੇ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਤੇ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਹੁਣ ਸੰਗਠਨਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣ ਕੇ ਇਸ ਗੰਭੀਰ ਮਾਮਲੇ ਦੇ ਵਿੱਚ ਤੁਰੰਤ ਅਤੇ ਨਿਰਪੱਖ ਕਾਰਵਾਈ ਕਰੇ ਤਾਂ ਕਿ ਸ਼ਾਂਤੀ ਅਤੇ ਕਾਨੂੰਨ ਦਾ ਪਾਲਣ ਬਣਿਆ रहे। प्रवक्ता श्री हिंदू तक आज जो धरना है गौ वंश को इंसाफ दिलाने के लिए गौ माता को, क्योंकि पिछले 2 महीने पहले 60 से 70 गौ जो माता है मक्खन माजरा गौशाला में मारी गई थी। उसके अंदर डीसी साहब आए, डीसी साहब ने एक सोसाइटी बनाई, लेकिन उस सोसाइटी में लीपा पोती गए। जो सोसाइटी के मेंबर थे उसमें मनीष दुबे, अमित शर्मा, गर्वेश राणा, अशोक तिवारी, किसी को भी एक बार नहीं बुलाया गया और 2 महीने बाद जो MOH है उसको बहाल कर दिया गया। हम पूछना चाहते हैं डीसी साहब से, गवर्नर साहब से कि आपने बहाल किस बेस में किया? जब आपने एसआईटी बनाई थी तो ये एसआईटी में क्यों हम लोगों को नहीं बुलाया गया? तो कहीं ना कहीं उसको बचाने के लिए कोशिश की गई और इसमें एक पाठक नाम का व्यक्ति है जो हमेशा गौवंश को इकट्ठे करता है और पंजाब के बाहर तस्करी करवाता है। उसको कई बार पकड़ा गया, प्रशासन को बताया गया, लेकिन प्रशासन ने उसके ऊपर कार्रवाई नहीं की। आपके माध्यम से देश के प्रधानमंत्री और गृह मंत्री, चंडीगढ़ के एक प्रशासक और पंजाब के गवर्नर और डीसी साहब चंडीगढ़ से निवेदन करना चाहता हूं कि आप इस पे ऊपर बड़ी कार्रवाई करें। गवर्नर साहब ने खुद माना था कि कहीं ना कहीं गलती हुई है, दोषियों को सजा दी जाएगी। क्या गवर्नर साहब यही सजा है कि उनको बहाल करके सजा दी गई? आज लाखों हिंदुओं की भावना आहत हुई है। अगर उनके ऊपर जो FIR दर्ज है, उनकी गिरफ्तारी नहीं होगी, उनको दोबारा सस्पेंड नहीं किया जाएगा, तो अभी हम शांतिमय तरीके से बैठे हैं। नहीं तो चंडीगढ़ का हर चौक डेली एक दिन एक चौक में आंदोलन होगा और प्रशासनिक कोई भी माहौल खराब होगा, इसकी जिम्मेवारी चंडीगढ़ के प्रशासन की होगी। ਤਸਵੀਰਾਂ ਚੰਡੀਗੜ੍ਹ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਨਗਰ ਨਿਗਮ ਦਫ਼ਤਰ ਦੇ ਬਾਹਰ ਹਿੰਦੂ ਸੰਗਠਨਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਮੱਖਣ ਮਾਜਰਾ ਗਊਸ਼ਾਲਾ ਦੇ ਵਿੱਚ 14 ਜਨਵਰੀ ਨੂੰ ਇੱਕ ਗਊ ਹੱਤਿਆ ਕੀਤੀ ਗਈ ਸੀ, ਜਿਸ ਦੇ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ ਤੇ ਪ੍ਰਦਰਸ਼ਨ ਕਰ ਰਹੇ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸਰਕਾਰ ਦੇ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਸੀ, ਲੇਕਿਨ ਇਸ ਕਮੇਟੀ ਦੇ ਵਿੱਚ ਉਹਨਾਂ ਦੇ ਵੀ 5 ਮੈਂਬਰ ਸ਼ਾਮਿਲ ਸੀ, ਲੇਕਿਨ ਹਾਲੇ ਤੱਕ ਉਹਨਾਂ ਦੀ ਕੋਈ ਵੀ ਰਾਏ ਨਹੀਂ ਪੁੱਛੀ ਗਈ ਹੈ ਤੇ ਨਾ ਹੀ ਉਹਨਾਂ ਨੂੰ ਜਾਂਚ ਕਾਰਵਾਈ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇਸ ਦੇ ਨਾਲ ਸਾਫ਼ ਹੋ ਗਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਜਾ ਰਿਹਾ ਤਾਂ ਸੰਗਠਨਾਂ ਨੇ ਅਦਾਲਤ ਅਤੇ ਪ੍ਰਸ਼ਾਸਨ ਤੱਕ ਆਪਣੀ ਮੰਗ ਪਹੁੰਚਾਈ ਹੈ ਕਿ ਇੰਦਰਪ੍ਰੀਤ ਕੌਰ ਅਤੇ ਮਹਿੰਦਰ ਪਾਠਕ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ, ਦੋਹਾਂ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਜਾਵੇ। ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਦਰਜੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਹਿੰਦੂ ਸੰਗਠਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਨਹੀਂ ਕੀਤੀ ਗਈ ਤਾਂ ਪੂਰਾ ਸੰਸਾਰ ਤੇ ਹਿੰਦੂ ਸਮਾਜ ਸੜਕਾਂ ਦੇ ਉੱਤੇ ਉਤਰ ਆਵੇਗਾ ਤੇ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਤੇ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਹੁਣ ਸੰਗਠਨਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣ ਕੇ ਇਸ ਗੰਭੀਰ ਮਾਮਲੇ ਦੇ ਵਿੱਚ ਤੁਰੰਤ ਅਤੇ ਨਿਰਪੱਖ ਕਾਰਵਾਈ ਕਰੇ ਤਾਂ ਕਿ ਸ਼ਾਂਤੀ ਅਤੇ ਕਾਨੂੰਨ ਦਾ ਪਾਲਣ ਬਣਿਆ ਰਹੇ। प्रवक्ता श्री हिंदू तक आज जो धरना है गौ वंश को इंसाफ दिलाने के लिए गौ माता को, क्योंकि पिछले 2 महीने पहले 60 से 70 गौ जो माता है मक्खन माजरा गौशाला में मारी गई थी। उसके अंदर डीसी साहब आए, डीसी साहब ने एक सोसाइटी बनाई, लेकिन उस सोसाइटी में लीपा पोती गए। जो सोसाइटी के मेंबर थे उसमें मनीष दुबे, अमित शर्मा, गर्वेश राणा, अशोक तिवारी, किसी को भी एक बार नहीं बुलाया गया और 2 महीने बाद जो MOH है उसको बहाल कर दिया गया। हम पूछना चाहते हैं डीसी साहब से, गवर्नर साहब से कि आपने बहाल किस बेस में किया? जब आपने एसआईटी बनाई थी तो ये एसआईटी में क्यों हम लोगों को नहीं बुलाया गया?
तो कहीं ना कहीं उसको बचाने के लिए कोशिश की गई। और इसमें एक पाठक नाम का व्यक्ति है जो हमेशा गौवंश को इकट्ठे करता है और पंजाब के बाहर तस्करी करवाता है। उसको कई बार पकड़ा गया, प्रशासन को बताया गया, लेकिन प्रशासन ने उसके ऊपर कार्रवाई नहीं की। आपके माध्यम से देश के प्रधानमंत्री और गृह मंत्री, चंडीगढ़ के एक प्रशासक और पंजाब के गवर्नर और डीसी साहब चंडीगढ़ से निवेदन करना चाहता हूं कि आप इस पे ऊपर बड़ी कार्रवाई करें। गवर्नर साहब ने खुद माना था कि कहीं ना कहीं गलती हुई है, दोषियों को सजा दी जाएगी। क्या गवर्नर साहब यही सजा है कि उनको बहाल करके सजा दी गई? आज लाखों हिंदुओं की भावना आहत हुई है। अगर उनके ऊपर जो FIR दर्ज है, उनकी गिरफ्तारी नहीं होगी, उनको दोबारा सस्पेंड नहीं किया जाएगा, तो अभी हम शांतिमय तरीके से बैठे हैं। नहीं तो चंडीगढ़ का हर चौक, डेली एक दिन एक चौक में आंदोलन होगा और प्रशासनिक कोई भी माहौल खराब होगा, इसकी जिम्मेवारी चंडीगढ़ के प्रशासन की होगी।